ਕੀ ਤੁਸੀਂ ਵੀ ਕਦੇ-ਕਦੇ ਚੰਨ ਨੂੰ ਵੇਖ ਕੇ ਸੋਚਦੇ ਹੋ ਕਿ ਚੰਦਰਮਾ ਆਖਿਰਕਾਰ ਕਿਵੇਂ ਬਣਿਆ ਹੋਊਗਾ? ਚੰਦਰਮਾ ਅਤੇ ਧਰਤੀ ਦਾ ਰਿਸ਼ਤਾ ਆਖਿਰਕਾਰ ਕੀ ਹੈ? ਚੰਦ ਨੂੰ ਮਾਮਾ ਕਿਉਂ ਕਹਿੰਦੇ ਨੇ? ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ। ਮੈਂ ਹਰਸ਼ਰਨ ਕੌਰ। ਭਾਰਤ ਦਾ ਮੂਨ ਮਿਸ਼ਨ ਯਾਨੀ ਕਿ ਚੰਦਰਯਾਨ 3 ਦਾ ਲੈਂਡਰ 23 ਅਗਸਤ ਨੂੰ ਯਾਨੀ ਕਿ ਕੱਲ ਨੂੰ ਤੈਅ ਸਮੇਂ ਸ਼ਾਮ ਨੂੰ 6:04 ਤੇ ਚੰਦਰਮਾ ਤੇ ਲੈਂਡ ਹੋਵੇਗਾ। ਅੱਜ ਇਸਰੋ ਨੇ ਮਿਸ਼ਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਸਿਸਟਮ ਨੂੰ ਸਮੇਂ-ਸਮੇਂ ਤੇ ਚੈੱਕ ਕੀਤਾ ਜਾ ਰਿਹਾ ਹੈ। ਸਾਰਾ ਕੁਝ ਹੈ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸਰੋ ਨੇ ਚੰਨ ਦੀਆਂ ਕੁਝ ਨਵੀਆਂ ਤਸਵੀਰਾਂ ਵੀ ਨਸ਼ਰ ਕੀਤੀਆਂ ਨੇ ਜੋ ਚੰਦਰਯਾਨ 3 ਦੇ ਨਾਲ ਖਿੱਚੀਆਂ ਗਈਆਂ ਨੇ। ਚੰਦਰਯਾਨ ਨੇ 70 ਕਿਲੋਮੀਟਰ ਦੀ ਦੂਰੀ ਤੋਂ ਲੈਂਡਰ ਪੋਜੀਸ਼ਨ ਡਿਟੈਕਸ਼ਨ ਕੈਮਰਾ ਯਾਨੀ ਕਿ LPDC ਦੀ ਮਦਦ ਨਾਲ ਚੰਦ ਦੀਆਂ ਫੋਟੋਆਂ ਖਿੱਚੀਆਂ ਨੇ। ਚੰਦਰਯਾਨ 3 ਫਿਲਹਾਲ ਚੰਦ ਤੇ ਉਤਰਨ ਲਈ ਸਹੀ ਥਾਂ ਲੱਭ ਰਿਹਾ ਹੈ। ਇਸ ਨੂੰ 25 ਕਿਲੋਮੀਟਰ ਦੀ ਉਚਾਈ ਤੋਂ ਲੈਂਡ ਕਰਵਾਇਆ ਜਾਊਗਾ। ਸਭ ਦੀਆਂ ਨਜ਼ਰਾਂ ਖਾਸ ਕਰਕੇ ਇਸਰੋ ਦੀਆਂ ਨਜ਼ਰਾਂ ਇਸੇ ਗੱਲ ਤੇ ਨੇ, ਧੜਕਣਾ ਵੀ ਬਹੁਤ ਤੇਜ਼ ਹੋਣਗੀਆਂ ਕਿ ਮੂਨ ਮਿਸ਼ਨ ਹੈ ਜਿਹੜਾ ਉਹ ਚੰਦਰਯਾਨ 3 ਦੇ ਜ਼ਰੀਏ ਸਫਲਤਾਪੂਰਵਕ ਸਰ ਕਰ ਲਿਆ ਜਾਊਗਾ ਜਾਂ ਫਿਰ ਕਿਤੇ ਕੋਈ ਦਿੱਕਤ ਤਾਂ ਨਹੀਂ ਰਹਿ ਜਾਊਗੀ। ਸਾਰੇ ਅਰਦਾਸਾਂ ਕਰ ਰਹੇ ਨੇ ਕਿ ਇਹ ਮਿਸ਼ਨ ਹੈ ਜਿਹੜਾ ਉਹ ਨੇਪਰੇ ਚੜ ਜਾਵੇ। ਕੁਝ ਦਿਨ ਪਹਿਲਾਂ ਰੂਸ ਦਾ ਜਿਹੜਾ ਲੂਨਾ ਮਿਸ਼ਨ ਸੀ ਚੰਦਰਮਾ ਤੇ ਜਾਣ ਦਾ, ਉਹ ਸਫਲ ਨਹੀਂ ਹੋ ਪਾਇਆ, ਕ੍ਰੈਸ਼ ਹੋ ਗਿਆ। ਆਮ ਹੀ ਤੁਸੀਂ ਇਹ ਗੱਲਾਂ ਨੇ ਜਿਹੜੀਆਂ ਇਹ ਸੁਣੀਆਂ ਹੋਣਗੀਆਂ ਬਹੁਤ ਲੋਕਾਂ ਦੇ ਮੂੰਹ ਚੋਂ। ਮੇਰਾ ਚੰਨ ਵਰਗਾ ਬੱਚਾ ਮਾਵਾਂ ਅਕਸਰ ਕਹਿ ਦਿੰਦੀਆਂ ਨੇ। ਚੰਨ ਦੀ ਦਿਸ਼ਾ ਤੋਂ ਲੱਗਦਾ ਹੈ ਕਿ ਅੱਧੀ ਰਾਤ ਬੀਤ ਚੁੱਕੀ ਹੈ। ਅੱਜ ਲੱਗਦਾ ਹੈ ਪੂਰਨਮਾਸ਼ੀ ਹੈ ਕਿਉਂਕਿ ਚੰਦਰਮਾ ਪੂਰਾ ਨਿਕਲਿਆ ਹੈ। ਕੋਈ ਮਾਂ ਚੰਨ ਵੱਲ ਇਸ਼ਾਰਾ ਕਰਦੇ ਹੋਏ ਪੁੱਤ ਨੂੰ ਕਹਿੰਦੀ ਹੈ ਕਿ ਮਾਮਾ ਆ ਗਿਆ, ਜਲਦੀ ਜਲਦੀ ਖਾਣਾ ਖਾ ਲਓ। ਕੋਈ ਕਹਿੰਦਾ ਚੰਨ ਤੇ ਧਰਤੀ ਭੈਣਾਂ ਨੇ, ਕੋਈ ਧਰਤੀ ਤੇ ਚੰਨ ਨੂੰ ਪ੍ਰੇਮੀ ਦੱਸਦਾ ਹੈ ਤੇ ਕੋਈ ਚੰਨ ਨੂੰ ਧਰਤੀ ਦਾ ਬੱਚਾ ਦੱਸਦਾ ਹੈ। ਦਰਅਸਲ ਚੰਦਰਮਾ ਧਰਤੀ ਦਾ ਸਭ ਤੋਂ ਨੇੜਲਾ ਗ੍ਰਹਿ ਹੈ ਤੇ ਚੰਦਰਮਾ ਦੇ ਹੋਂਦ ਵਿੱਚ ਆਉਣ ਦੀ ਕਹਾਣੀ ਕਿਸੇ ਰਹੱਸ ਤੋਂ ਘੱਟ ਨਹੀਂ ਹੈ। ਕੋਈ ਵੀ ਨਹੀਂ ਜਾਣਦਾ ਕਿ ਕੁਦਰਤ ਕਿਵੇਂ ਹੋਂਦ ਦੇ ਵਿੱਚ ਆਈ। ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ, ਅਰਬਦ ਨਰਬਦ ਧੁੰਦੂਕਾਰਾ। ਆਖਿਰਕਾਰ ਧਰਤੀ ਦੇ ਨਾਲ ਚੰਨ ਦਾ ਕੀ ਰਿਸ਼ਤਾ ਹੈ? ਵਿਗਿਆਨੀਆਂ ਨੇ ਧਰਤੀ ਅਤੇ ਚੰਨ ਦੇ ਕਿਸ ਰਿਸ਼ਤੇ ਤੇ ਮੋਹਰ ਲਾਈ ਹੈ ਤੇ ਕਿਉਂ? ਦੁਨਿਆਵੀ ਦੁਨੀਆ ਦੇ ਵਿੱਚ ਚੰਨ ਨੂੰ ਮਾਮੇ ਦਾ ਦਰਜਾ ਕਿਉਂ ਮਿਲਿਆ? ਚੰਦਰਮਾ ਕਿਵੇਂ ਬਣਿਆ? ਇਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ। ਤੇ ਇੱਕ ਹੋਰ ਸਵਾਲ ਹੈ ਕਿ ਕੀ ਧਰਤੀ ਦੇ ਲੋਕ ਚੰਨ ਤੇ ਰਹਿ ਸਕਦੇ ਨੇ? ਕੀ ਇਹ ਸੁਪਨਾ ਸੱਚ ਹੋ ਸਕਦਾ ਹੈ? ਇਸ ਤੇ ਦੁਨੀਆ ਭਰ ਦੇ ਦੇਸ਼ ਖੋਜ ਕਰਨ ਲੱਗੇ ਹੋਏ ਨੇ। ਇਸ ਖੋਜ ਦੇ ਵਿੱਚ ਹੀ ਭਾਰਤ ਦਾ ਮਿਸ਼ਨ ਚੰਦਰਯਾਨ ਵੀ ਲੱਗਿਆ ਹੋਇਆ ਹੈ ਤੇ ਆਪਾਂ ਸਿਲਸਿਲੇਵਾਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਚੰਦਰਮਾ ਨੂੰ ਲੈ ਕੇ ਜਿੰਨੀ ਕੁ ਜਾਣਕਾਰੀ ਅਸੀਂ ਹਾਸਲ ਕੀਤੀ ਹੈ। ਚੰਦਰਮਾ ਕਿਵੇਂ ਬਣਿਆ, ਧਰਤੀ ਨਾਲ ਕੀ ਰਿਸ਼ਤਾ ਹੈ, ਇਸ ਨੂੰ ਲੈ ਕੇ 4 ਧਾਰਨਾਵਾਂ ਨੇ ਜਿਹਦੇ ਵਿੱਚੋਂ 3 ਵਿਗਿਆਨੀਆਂ ਦੀ ਖੋਜ ਦੌਰਾਨ ਸਾਹਮਣੇ ਆਈਆਂ ਨੇ, ਜਦਕਿ ਇੱਕ ਧਾਰਨਾ ਦੁਨਿਆਵੀ ਹੈ। ਦੁਨਿਆਵੀ ਧਾਰਨਾ ਹੈ ਕਿ ਧਰਤੀ ਦਾ ਚੰਨ ਭਰਾ ਹੈ, ਇਸ ਲਈ ਉਹਨੂੰ ਮਾਮਾ ਕਿਹਾ ਜਾਂਦਾ ਹੈ। ਦੂਜੀ ਧਾਰਨਾ ਚੰਨ ਤੇ ਧਰਤੀ ਭੈਣਾਂ ਨੇ। ਤੀਜੀ ਧਰਤੀ ਤੇ ਚੰਨ ਪ੍ਰੇਮੀ ਨੇ। ਚੌਥੀ ਹੈ ਕਿ ਚੰਨ ਧਰਤੀ ਦਾ ਪੁੱਤਰ ਹੈ। ਸਭ ਤੋਂ ਪਹਿਲਾਂ ਦੁਨਿਆਵੀ ਧਾਰਨਾ ਦੀ ਗੱਲ ਕਰ ਲੈਂਦੇ ਹਾਂ। ਦਰਅਸਲ ਕੁਝ ਲੋਕ ਧਰਤੀ ਨੂੰ ਮਾਂ ਦਾ ਦਰਜਾ ਦਿੰਦੇ ਨੇ ਤੇ ਸਭ ਤੋਂ ਨੇੜਲਾ ਗ੍ਰਹਿ ਹੋਣ ਕਰਕੇ ਚੰਦਰਮਾ ਨੂੰ ਭਰਾ ਦਾ ਦਰਜਾ ਦਿੱਤਾ ਜਾਂਦਾ ਹੈ। ਪੁਰਾਣੇ ਸਮੇਂ ਜਦੋਂ ਬਿਜਲੀ ਨਹੀਂ ਹੋਇਆ ਕਰਦੀ ਸੀ ਤਾਂ ਰਾਤ ਨੂੰ ਚੰਨ ਦੀ ਰੌਸ਼ਨੀ ਦੇ ਆਉਣ ਦੇ ਨਾਲ ਮਾਵਾਂ ਆਪਣੇ ਬੱਚੇ ਨੂੰ ਰਿਝਾਉਣ ਦੇ ਲਈ ਚੰਨ ਨੂੰ ਮਾਮਾ ਕਹਿ ਦਿੰਦੀਆਂ ਸਨ। ਇਸ ਤਰ੍ਹਾਂ ਚੰਦਰਮਾ ਨੂੰ ਮਾਮੇ ਦਾ ਰਿਸ਼ਤਾ ਦੇ ਦਿੱਤਾ ਗਿਆ। ਦੀਵੇ ਦੀ ਰੌਸ਼ਨੀ ਤੋਂ ਜ਼ਿਆਦਾ ਚੰਨ ਦੀ ਰੌਸ਼ਨੀ ਰਾਤ ਨੂੰ ਹਨੇਰੇ ਦੇ ਵਿੱਚ ਸਕੂਨ ਦਿੰਦੀ ਹੈ। ਸਿੱਖ ਵਿਦਵਾਨ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਦੱਸਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਚੰਦਰਮਾ ਦੀ ਦਿਸ਼ਾ ਨੂੰ ਦੇਖ ਕੇ ਲੋਕ ਸਮੇਂ ਦਾ ਹਿਸਾਬ ਲਾ ਲੈਂਦੇ ਸੀ। ਉਦੋਂ ਕੋਈ ਘੜੀਆਂ ਨਹੀਂ ਸੀ ਹੁੰਦੀਆਂ, ਟਾਈਮ ਕਿਤੋਂ ਵੀ ਲੋਕਾਂ ਨੂੰ ਦਿਖਦਾ ਨਹੀਂ ਸੀ। ਚੰਦਰਮਾ ਤੇ ਸੂਰਜ ਦੀਆਂ ਦਿਸ਼ਾਵਾਂ ਦੇ ਨਾਲ ਹੀ ਲੋਕ ਸਮੇਂ ਦਾ ਪਤਾ ਲਾਉਂਦੇ ਸੀ। ਹਾਲਾਂਕਿ ਚੰਦਰਮਾ ਦੇ ਧਰਤੀ ਦੇ ਲੋਕਾਂ ਨਾਲ ਮਾਮੇ ਦੇ ਰਿਸ਼ਤੇ ਨੂੰ ਲੈ ਕੇ ਕੋਈ ਠੋਸ ਵਿਗਿਆਨਕ ਕਾਰਨ ਨਹੀਂ ਹਨ। ਸਿਰਫ ਦੁਨਿਆਵੀ ਤੌਰ ਤੇ ਇਸ ਨੂੰ ਮਾਮੇ ਦਾ ਦਰਜਾ ਦਿੱਤਾ ਗਿਆ। ਸਾਇੰਟੀਫਿਕਲੀ ਜੇਕਰ ਇਸ ਨੂੰ ਦੇਖੋ, ਸੂਰਜ ਤੋਂ ਜਿਹੜੀਆਂ ਚੀਜ਼ਾਂ ਟੁੱਟੀਆਂ ਉਹ ਗ੍ਰਹਿ ਬਣੇ। ਗ੍ਰਹਿ ਤੋਂ ਜਿਹੜੀ ਚੀਜ਼ ਟੁੱਟੀ ਉਹ ਉਪਗ੍ਰਹਿ ਬਣੇ। ਚੰਦਰਮਾ ਜਿਹੜਾ ਧਰਤੀ ਦਾ ਉਪਗ੍ਰਹਿ ਹੈ, ਜਦੋਂ ਧਰਤੀ ਤੋਂ ਇਹ ਟੁਕੜਾ ਡਿੱਗਿਆ, ਮਤਲਬ ਅਲੱਗ ਹੋਇਆ ਤੇ ਉਹ ਚੰਦਰਮਾ ਬਣਿਆ ਤੇ ਉਹ ਧਰਤੀ ਦੇ ਇਰਦ ਗਿਰਦ ਚੱਕਰ ਲਗਾਉਂਦਾ ਹੈ। ਸਮਾਜ ਦੇ ਅੰਦਰ ਸਾਇੰਸ ਦੀ ਗੱਲ ਤੇ ਕੋਈ ਸਮਝਦਾ ਨਹੀਂ। ਇਹ ਮਿਥਿਹਾਸ ਦੀਆਂ ਗੱਲਾਂ ਨੇ ਕਿ ਚੰਦਰਮਾ ਮਾਮਾ ਹੈ, ਇਹਦੀ ਧੀ ਹੈ, ਇਹ ਮਤਲਬ ਕਿ ਇਹਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ। ਪੁਰਾਣਕ ਕਥਾਵਾਂ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਮਿਥਿਹਾਸ ਕਹਿੰਦੇ ਹਾਂ, ਜਿਹਨੂੰ ਅੰਗਰੇਜ਼ੀ ਚ ਮਾਈਥੋਲੋਜੀ ਕਿਹਾ ਜਾਂਦਾ ਹੈ। ਸਾਰੇ ਮਾਈਥੋਲੋਜੀ ਦੇ ਹਿੱਸੇ ਨੇ। ਹੁਣ ਚੰਦ ਨੂੰ
ਲੈ ਕੇ ਜਿਹੜੀ ਵਿਗਿਆਨੀਆਂ ਨੇ ਜਿਹੜੇ ਰਿਸ਼ਤਿਆਂ ਦੀ ਖੋਜ ਕੀਤੀ ਹੈ ਉਸ ਨੂੰ ਇੱਕ ਇੱਕ ਕਰਕੇ ਵਿਚਾਰ ਲੈਂਦੇ ਆ ਤਾਂ ਕਿ ਚੰਦ ਦੀ ਹੋਂਦ ਦੇ ਹੋਰ ਨਜ਼ਦੀਕ ਪਹੁੰਚ ਸਕੀਏ। ਕੁਝ ਲੋਕ ਚੰਦ ਤੇ ਧਰਤੀ ਨੂੰ ਭੈਣਾਂ ਦਾ ਰਿਸ਼ਤਾ ਦੱਸਦੇ ਨੇ। ਤਕਰੀਬਨ 450 ਮਿਲੀਅਨ ਸਾਲ ਪਹਿਲਾਂ ਨਾ ਸੂਰਜ ਅਤੇ ਹੋਰ ਗ੍ਰਹਿ ਹੁਣ ਵਾਂਗੂ ਮੌਜੂਦ ਸਨ, ਯਾਨੀ ਕਿ ਕੋਈ ਵੀ ਗ੍ਰਹਿ 450 ਮਿਲੀਅਨ ਸਾਲ ਪਹਿਲਾਂ ਇੱਥੇ ਮੌਜੂਦ ਨਹੀਂ ਸੀ। ਸੌਰ ਪ੍ਰਣਾਲੀ ਉੱਥੇ ਗੈਸ ਦਾ ਇੱਕ ਗੋਲਾ ਹੁੰਦਾ ਸੀ, ਇਸ ਨੂੰ ਵੈਨ ਮੁਕਿਲ ਕਿਹਾ ਜਾਂਦਾ ਸੀ। ਇਹ ਸੂਰਜ ਦੇ ਮੁਕਾਬਲੇ ਹਜ਼ਾਰਾਂ ਗੁਣਾ ਜ਼ਿਆਦਾ ਵੱਡਾ ਹੈ। ਅਸਮਾਨ ਆਪਣੇ ਆਪ ਦੇ ਵਿੱਚ ਚੱਕਰ ਲਾ ਰਿਹਾ ਸੀ। ਗੁਰਤਾ ਖਿੱਚ ਦੀ ਵਜ੍ਹਾ ਕਰਕੇ ਕੇਂਦਰ ਵਿੱਚ ਗੁੱਛੇ ਬਣਦੇ ਰਹੇ। ਇਸੇ ਤਰ੍ਹਾਂ ਹਵਾ ਦੇ ਵਿੱਚ ਮੌਜੂਦ ਤੱਤਾਂ ਦੇ ਕੇਂਦਰ ਵਿੱਚ ਖਿੱਚੇ ਜਾਣ ਨਾਲ ਸੂਰਜ ਬਣਿਆ। ਸੂਰਜ ਹੋਂਦ ਵਿੱਚ ਆਇਆ। ਸੂਰਜ ਦੇ ਆਲੇ ਦੁਆਲੇ ਗ੍ਰਹਿਆਂ ਦੀ ਡਿਸਕ ਬਣ ਗਈ। ਕਲਸਟਰ ਡਿਸਕ ਦੇ ਵਿੱਚ ਹੋਰ ਗ੍ਰਹਿ ਬਣ ਗਏ। ਇਸ ਨੂੰ ਸੌਖੇ ਸ਼ਬਦਾਂ ਦੇ ਵਿੱਚ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਦਹੀਂ ਨੂੰ ਰਿੜਕਣ ਤੋਂ ਬਾਅਦ ਮੱਖਣ ਵਿਚਾਲੇ ਇਕੱਠਾ ਹੋ ਜਾਂਦਾ ਹੈ ਤੇ ਉਹਨੂੰ ਫਿਰ ਪੇੜਾ ਬਣਾ ਕੇ ਆਪਾਂ ਕੱਢ ਲੈਂਦੇ ਆ। ਹਾਲਾਂਕਿ ਲੱਸੀ ਦੇ ਵਿੱਚ ਵੀ ਮੱਖਣ ਦੇ ਥੋੜੇ ਬਹੁਤੇ ਟੁਕੜੇ ਨਜ਼ਰ ਆਉਂਦੇ ਨੇ, ਰਹਿ ਹੀ ਜਾਂਦੇ ਹੁੰਦੇ ਨੇ। ਸਾਰਾ ਮੱਖਣ ਕਦੇ ਵੀ ਇਕੱਠਾ ਨਹੀਂ ਹੁੰਦਾ। ਤੇ ਜਦੋਂ ਅਸਮਾਨ ਨੇ ਇਸੇ ਤਰ੍ਹਾਂ ਆਪਣੇ ਆਪ ਨੂੰ ਰਿੜਕਿਆ ਤਾਂ ਮੱਖਣ ਦੇ ਰੂਪ 'ਚ ਸੂਰਜ ਅਤੇ ਹੋਰ ਗ੍ਰਹਿ ਹੋਂਦ ਦੇ ਵਿੱਚ ਆਏ। ਹੁਣ ਗੱਲ ਕਰਦੇ ਹਾਂ ਚੰਦਰਮਾ ਤੇ ਧਰਤੀ ਦੇ ਜੁੜਵਾਂ ਭੈਣਾਂ ਦੀ ਧਾਰਨਾ ਦੀ। ਜਿਵੇਂ ਸੂਰਜ ਹੋਂਦ ਵਿੱਚ ਆਇਆ ਉਸੇ ਤਰ੍ਹਾਂ ਹੀ ਧਰਤੀ ਤੇ ਚੰਦਰਮਾ ਵੀ ਹੋਂਦ ਵਿੱਚ ਆਏ, ਕਿਉਂਕਿ ਸਾਰੇ ਗ੍ਰਹਿ ਨੇ। ਪਰ ਇਹ ਧਾਰਨਾ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦੀ, ਕਿਉਂਕਿ ਧਰਤੀ ਆਪਣੀ ਧੁਰੀ ਤੇ 3.5 ਡਿਗਰੀ ਦੇ ਝੁਕਾਅ ਤੇ ਘੁੰਮਦੀ ਹੈ, ਜਦਕਿ ਚੰਦਰਮਾ ਆਪਣੇ ਧੁਰੇ ਦੇ ਦੁਆਲੇ ਸਿਰਫ 6.5 ਡਿਗਰੀ ਤੇ ਘੁੰਮਦਾ ਹੈ। ਜੇ ਦੋਵੇਂ ਜੁੜਵਾ ਹੁੰਦੇ ਤਾਂ ਧਰਤੀ ਅਤੇ ਇਸ ਦੇ ਉਪਗ੍ਰਹਿਆਂ ਦਾ ਧੁਰਾ ਜਿਹੜਾ ਉਹਦਾ ਝੁਕਾਅ ਇੱਕੋ ਜਿਹਾ ਹੁੰਦਾ। ਜ਼ਮੀਨ ਅਸਮਾਨ ਦਾ ਫਰਕ ਨਾ ਹੁੰਦਾ। ਯਾਨੀ ਕਿ ਇਸ ਵਿਗਿਆਨਕ ਖੋਜ ਦੇ ਮੁਤਾਬਿਕ ਧਰਤੀ ਤੇ ਚੰਦਰਮਾ ਜੁੜਵਾ ਨਹੀਂ ਹਨ। ਚੰਦ ਦੀ ਹੋਂਦ ਦੀ ਅਗਲੀ ਸੰਭਾਵਨਾ ਹੈ ਕਿ ਚੰਨ ਧਰਤੀ ਦਾ ਪ੍ਰੇਮੀ ਹੈ। ਇਹ ਜਿਹੜੀ ਇਹ ਕਹਾਵਤ ਹੈ ਜਾਂ ਫਿਰ ਇਹ ਮੰਨਿਆ ਜਾਂਦਾ ਹੈ। ਅਕਸਰ ਪ੍ਰੇਮ ਸੰਬੰਧਾਂ ਨੂੰ ਲੈ ਕੇ ਕਿਹਾ ਜਾਂਦਾ ਕਿ ਦੋ ਲੋਕ ਵੱਖ-ਵੱਖ ਥਾਵਾਂ ਤੇ ਪੈਦਾ ਹੋਏ ਤੇ ਕਿਸੇ ਇੱਕ ਬਿੰਦੂ ਤੇ ਜਾ ਕੇ ਮਿਲ ਗਏ ਤੇ ਉਸ ਰਿਸ਼ਤੇ ਨੂੰ ਲੋਕ ਆਮ ਤੌਰ ਤੇ ਪ੍ਰੇਮ ਸੰਬੰਧਾਂ ਦਾ ਨਾਮ ਦੇ ਦਿੰਦੇ ਨੇ। ਪਰ ਧਰਤੀ ਤੇ ਚੰਨ ਦੇ ਵਿਚਾਲੇ ਇਹੋ ਜਿਹਾ ਕੋਈ ਸੰਬੰਧ ਨਜ਼ਰ ਨਹੀਂ ਆਉਂਦਾ। ਹਾਲਾਂਕਿ ਚੰਨ ਤੇ ਧਰਤੀ ਦੇ ਵਿਚਾਲੇ ਇਸ ਰਿਸ਼ਤੇ ਦਾ ਤਰਕ ਦੇਣ ਵਾਲੇ ਇਹ ਵੀ ਕਹਿੰਦੇ ਨੇ ਕਿ ਜਿੰਨੇ ਵੀ ਅਣਗਿਣਤ ਗ੍ਰਹਿਆਂ ਤੇ ਉਲਕਾਵਾਂ ਦਾ ਨਿਰਮਾਣ ਹੋਇਆ ਸੀ, ਉਹਨਾਂ ਵਿੱਚੋਂ ਚੰਨ ਨੂੰ ਧਰਤੀ ਦੀ ਗੁਰਤਾ ਖਿੱਚ ਨੇ ਆਪਣੇ ਵੱਲ ਖਿੱਚ ਲਿਆ ਤੇ ਇਸਨੇ ਧਰਤੀ ਦੇ ਆਲੇ ਦੁਆਲੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਇੱਕ ਵਿਅਕਤੀ ਕਿਸੇ ਥਾਂ ਤੇ ਪੈਦਾ ਹੁੰਦਾ ਹੈ ਤੇ ਉਸ ਦਾ ਪ੍ਰੇਮੀ ਜਾਂ ਫਿਰ ਪ੍ਰੇਮਿਕਾ ਕਿਸੇ ਦੂਸਰੀ ਥਾਂ ਤੇ, ਫਿਰ ਕਿਸੇ ਹੋਰ ਥਾਂ ਤੇ ਜਾ ਕੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਉਹ ਇਕੱਠੇ ਰਹਿਣ ਲੱਗ ਜਾਂਦੇ ਨੇ। ਇਸ ਤਰੀਕੇ ਦੇ ਨਾਲ ਵੀ ਸਮਝਾਇਆ ਜਾਂਦਾ ਹੈ। ਸੋ ਇਸ ਦਾਅਵੇ ਨੂੰ ਉਦਾਹਰਨ ਨਾਲ ਸਮਝਦੇ ਹਾਂ, ਜਿਵੇਂ ਮੰਨ ਲਓ ਦੋ ਘਰਾਂ ਦੇ ਵਿੱਚ ਇੱਕੋ ਜਿਹੀਆਂ ਸਬਜ਼ੀਆਂ ਬਣੀਆਂ ਨੇ। ਸਵਾਦ ਵਿੱਚ ਮਸਾਲਿਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਬਜ਼ੀ ਵਿੱਚ ਮਸਾਲਿਆਂ ਦੀ ਖੁਸ਼ਬੂ ਤੋਂ ਅਸੀਂ ਅੰਦਾਜ਼ਾ ਲਾ ਲੈਂਦੇ ਹਾਂ ਕਿ ਮਸਾਲੇ ਵੱਖ-ਵੱਖ ਥਾਵਾਂ ਤੋਂ ਖਰੀਦੇ ਨੇ। ਤੇ ਹੁਣ ਇਸ ਨੂੰ ਚੰਨ ਦੀ ਕਹਾਣੀ ਨਾਲ ਜੋੜ ਕੇ ਦੇਖਦੇ ਹਾਂ। ਮਸਾਲਿਆਂ ਵਾਂਗ ਹੀ ਚੰਦਰਮਾ ਤੇ ਮਿਲੀਆਂ ਚਟਾਨਾਂ ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ ਦੀ ਖਾਸੀਅਤ ਹੈ ਜਿਹੜੀ ਉਹ ਧਰਤੀ ਤੇ ਮਿਲੇ ਸਮਾਨ ਦੇ ਨਾਲ ਮਿਲਦੀ ਜੁਲਦੀ ਹੈ। ਇਸ ਲਈ ਇਹ ਸੰਭਾਵਨਾ ਖਤਮ ਹੋ ਜਾਂਦੀ ਹੈ ਕਿ ਧਰਤੀ ਤੇ ਚੰਦਰਮਾ ਵੱਖ-ਵੱਖ ਥਾਵਾਂ ਤੇ ਬਣੇ ਹਨ। ਇਸ ਤੋਂ ਇਲਾਵਾ ਚੰਨ ਤੇ ਧਰਤੀ ਦੀ ਗੱਲ ਕਰੀਏ ਤਾਂ ਆਕਸੀਜਨ ਦੇ ਸੋਖਣ ਦੀ ਦਰ ਇੱਕੋ ਜਿਹੀ ਹੈ ਜਿਵੇਂ ਇੱਕੋ ਜਿਹੇ ਮਸਾਲਿਆਂ ਦੇ ਨਾਲ ਬਣੀ ਹੋਵੇ। ਇਹ ਧਾਰਨਾ ਕਿ ਚੰਦਰਮਾ ਕਿਤੇ ਹੋਰ ਬਣਿਆ, ਧਰਤੀ ਦੇ ਗੁਰਤਾਕਰਸ਼ਣ ਨੇ ਇਸ ਨੂੰ ਆਪਣੇ ਵੱਲ ਖਿੱਚ ਲਿਆ, ਇਸ ਤੇ ਵੀ ਪੂਰੀ ਤਰ੍ਹਾਂ ਭਰੋਸਾ ਕਰਨਾ ਔਖਾ ਹੈ। ਤਾਂ ਫਿਰ ਕੀ ਚੰਨ ਧਰਤੀ ਦਾ ਬੱਚਾ ਹੈ? ਇਹ ਅਗਲਾ ਸਵਾਲ ਆ ਜਾਂਦਾ ਹੈ। ਸੂਰਜ ਅਤੇ ਧਰਤੀ ਦੇ ਹੋਂਦ ਵਿੱਚ ਆਉਣ ਤੋਂ ਤਕਰੀਬਨ 4.5 ਮਿਲੀਅਨ ਸਾਲ ਪਹਿਲਾਂ ਸੂਰਜੀ ਪ੍ਰਣਾਲੀ ਵਾਲੇ ਖੇਤਰ ਵਿੱਚ ਵੱਖ-ਵੱਖ ਆਕਾਰਾਂ ਦੇ ਉਲਕਾ ਪਿੰਡ ਮੌਜੂਦ ਸਨ। ਇਸ ਦੌਰਾਨ ਥੀਆ ਨਾਂ ਦਾ ਇੱਕ ਵੱਡਾ ਗ੍ਰਹਿ ਆਇਆ ਅਤੇ ਧਰਤੀ ਦੇ ਨਾਲ ਇਸਨੇ ਟੱਕਰ ਮਾਰੀ। ਧਰਤੀ ਅਤੇ ਚੰਦਰਮਾ ਉਸੇ ਟੱਕਰ ਕਾਰਨ ਬਣੇ ਸਨ। ਮੰਨਿਆ ਜਾਂਦਾ ਹੈ ਕਿ ਇਹ ਘਟਨਾ ਸੂਰਜ ਅਤੇ ਧਰਤੀ ਦੇ ਹੋਂਦ ਵਿੱਚ ਆਉਣ ਤੋਂ 60 ਮਿਲੀਅਨ ਸਾਲ ਬਾਅਦ ਵਾਪਰੀ। ਉਸ ਸਮੇਂ ਧਰਤੀ ਠੋਸ ਨਹੀਂ ਸੀ, ਤਰਲ ਹਾਲਤ ਦੇ ਵਿੱਚ ਸੀ। ਇਸੇ ਤਰ੍ਹਾਂ ਮੰਗਲ ਦੇ ਆਕਾਰ ਦਾ ਵੱਡਾ ਗ੍ਰਹਿ ਸੀ ਥੀਆ। ਜਦੋਂ ਇਹ ਦੋਵੇਂ ਇੱਕ ਦੂਸਰੇ ਨਾਲ ਟਕਰਾਏ ਤਾਂ ਟੁੱਟਣ ਦੀ ਬਜਾਏ ਇਸ ਟੱਕਰ ਤੋਂ ਪੈਦਾ ਹੋਈ ਗਰਮੀ ਪਿਘਲ ਗਈ, ਆਪਸ ਵਿੱਚ ਰਲ ਗਈ ਤੇ ਫਿਰ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ। ਇਸੇ ਵੰਡ ਕਾਰਨ ਧਰਤੀ ਅਤੇ ਚੰਦਰਮਾ ਤੇ ਆਕਸੀਜਨ ਤਕਰੀਬਨ ਇੱਕੋ ਜਿਹੀ ਹੈ। ਜੇ ਆਕਸੀਜਨ ਤਕਰੀਬਨ ਇੱਕੋ ਜਿਹੀ ਹੈ ਤਾਂ ਕਿਤੇ ਨਾ ਕਿਤੇ ਇਸੇ ਕਰਕੇ ਹੀ ਲੋਕਾਂ ਨੂੰ ਆਸ ਹੈ, ਵਿਗਿਆਨੀਆਂ ਨੂੰ ਆਸ ਹੈ ਕਿ ਜੇ ਧਰਤੀ ਤੇ ਇਨਸਾਨ ਰਹਿ ਸਕਦਾ ਹੈ ਤਾਂ ਚੰਦਰਮਾ ਤੇ ਵੀ ਜ਼ਿੰਦਗੀ ਸੰਭਵ ਹੋ ਸਕਦੀ ਹੈ।
ਹਾਲਾਂਕਿ ਇਸ ਟੱਕਰ ਨਾਲ ਦੋਵਾਂ ਦੇ ਧੁਰੇ ਵੱਖਰੇ ਵੱਖਰੇ ਸੀ, ਪਰ ਜ਼ਿਆਦਾਤਰ ਵਿਗਿਆਨੀ ਚੰਨ ਅਤੇ ਧਰਤੀ ਨੂੰ ਇਸੇ ਰਿਸ਼ਤੇ ਨਾਲ ਜਾਣਦੇ ਨੇ, ਯਾਨੀ ਕਿ ਚੰਨ ਧਰਤੀ ਦਾ ਪੁੱਤਰ ਹੈ। ਹੁਣ ਇਸ ਨੂੰ ਹੋਰ ਇੱਕ ਸੌਖੇ ਤਰੀਕੇ ਦੇ ਨਾਲ ਸਮਝ ਲੈਂਦੇ ਆ। ਧਰਤੀ ਦੇ ਵਿੱਚ ਸਾਨੂੰ ਲੋਹਾ, ਨਿਕਲ ਤੇ ਹੋਰ ਧਾਤੂਆਂ ਮਿਲਦੀਆਂ ਨੇ, ਜਦਕਿ ਚੰਨ ਦੇ ਮਾਮਲੇ 'ਚ ਅਜਿਹਾ ਨਹੀਂ ਹੈ। ਇਸੇ ਕਰਕੇ ਤੀਜੀ ਧਾਰਨਾ ਕਿ ਚੰਨ ਧਰਤੀ ਦਾ ਬੱਚਾ, ਇਸ ਨੂੰ ਲੈ ਕੇ ਖਦਸ਼ਾ ਵੀ ਪੈਦਾ ਹੁੰਦਾ ਹੈ। ਧਰਤੀ ਅਤੇ ਚੰਦਰਮਾ ਦੇ ਧੁਰੇ ਦੀ ਡਿਗਰੀ ਵੱਖੋ ਵੱਖਰੀ ਹੈ, ਪਰ ਦੋਵਾਂ ਦੀ ਸਤ੍ਹਾ ਤੇ ਆਕਸੀਜਨ ਇੱਕੋ ਜਿਹੀ ਹੈ। ਇਸੇ ਤਰ੍ਹਾਂ ਧਰਤੀ ਦੇ ਹੇਠਾਂ ਲੋਹਾ, ਨਿਕਲ ਅਤੇ ਹੋਰ ਪਦਾਰਥ ਨੇ, ਪਰ ਚੰਦਰਮਾ ਦੇ ਵਿੱਚ ਨਹੀਂ ਹਨ। ਹੁਣ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਸਮਝੀਏ ਤਾਂ ਨਤੀਜਾ ਇਹ ਹੈ ਕਿ ਕੋਈ ਗ੍ਰਹਿ ਆ ਕੇ ਧਰਤੀ ਨਾਲ ਟਕਰਾ ਗਿਆ, ਇਸ ਕਾਰਨ ਚੰਦਰਮਾ ਬਣਿਆ। ਇਸ ਲਈ ਵਿਗਿਆਨੀਆਂ ਨੇ ਇਸ ਧਾਰਨਾ ਨੂੰ ਥੋੜਾ ਜ਼ਿਆਦਾ ਠੀਕ ਤੇ ਨਜ਼ਦੀਕ ਮੰਨਿਆ ਕਿ ਚੰਨ ਧਰਤੀ ਦੇ ਟਕਰਾਉਣ ਦੀ ਵਜ੍ਹਾ ਕਰਕੇ ਬਣਿਆ ਹੈ। ਇਸ ਲਈ ਚੰਦਰਮਾ ਧਰਤੀ ਦਾ ਬੱਚਾ ਹੈ। ਸੋ ਨਾ ਤਾਂ ਚੰਨ ਧਰਤੀ ਦਾ ਭਰਾ ਹੈ, ਨਾ ਹੀ ਜੁੜਵਾ ਹੈ ਤੇ ਨਾ ਹੀ ਪ੍ਰੇਮੀ ਹੈ। ਚੰਨ ਅਸਲ ਦੇ ਵਿੱਚ ਵਿਗਿਆਨਿਕ ਭਾਸ਼ਾ ਦੇ ਵਿੱਚ ਕਹਿ ਸਕਦੇ ਹਾਂ ਕਿ ਧਰਤੀ ਦਾ ਪੁੱਤਰ ਹੈ। ਸੋ ਆਸ ਕਰਦੇ ਹਾਂ ਕਿ ਇਸ ਖਾਸ ਰਿਪੋਰਟ ਦੇ ਵਿੱਚੋਂ ਤੁਹਾਨੂੰ ਜਾਣਕਾਰੀ ਮਿਲੀ ਹੋਵੇਗੀ ਕਿ ਚੰਦਰਮਾ ਕਿਵੇਂ ਹੋਂਦ ਵਿੱਚ ਆਇਆ, ਚੰਦਰਮਾ ਕਿਵੇਂ ਬਣਿਆ ਤੇ ਚੰਦਰਮਾ ਨੂੰ ਮਾਮਾ ਕਿਉਂ ਕਹਿੰਦੇ ਨੇ। ਹੁਣ ਉਡੀਕ ਹੈ ਕੱਲ ਸ਼ਾਮ ਨੂੰ 6:04 ਜਦੋਂ ਵੱਜਣਗੇ, ਉਦੋਂ ਚੰਦਰਯਾਨ 3 ਚੰਦਰਮਾ ਦੇ ਉੱਤੇ ਲੈਂਡ ਹੋਵੇਗਾ ਤੇ ਉਹ ਕਿਸ ਤਰੀਕੇ ਦੇ ਨਾਲ ਲੈਂਡਿੰਗ ਹੋਵੇਗੀ, ਕਿਹੋ ਜਿਹੀਆਂ ਹੋਰ ਤਸਵੀਰਾਂ ਸਾਹਮਣੇ ਆਉਣਗੀਆਂ ਤੇ ਕੱਲ ਨੂੰ ਚੰਦਰਯਾਨ ਦਾ ਭਵਿੱਖ ਹੈ ਜਿਹੜਾ ਕੀ ਰਹੇਗਾ। ਚੰਗੇ ਭਵਿੱਖ ਦੀ ਅਸੀਂ ਜ਼ਰੂਰ ਆਸ ਕਰਾਂਗੇ। ਖਾਲਸ ਪ੍ਰਾਈਮ ਸਟੋਰੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।